ਰਿਸ਼ਤੇਦਾਰਾਂ ਨੂੰ ਕਿਧਰੇ ਪੈਸਿਆਂ ਦੀ ਲੋੜ ਪੈ ਜਾਏ ਤੇ ਉਹਨਾਂ ਨੂੰ ਇਨਕਾਰ ਨਹੀਂ ਕਰਨਾ ਚਾਹੀਦਾ, ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਜਵਾਨ ਕਹਿੰਦਾ ਸਾਡੇ ਘਰ ਸਾਡੇ ਰਿਸ਼ਤੇਦਾਰ ਆ ਗਏ, ਆ ਕੇ ਅੰਮੀ ਅੱਬੂ ਨੂੰ ਕਹਿੰਦੇ ਨੇ ਕਿ ਸਾਨੂੰ ਪੈਸਿਆਂ ਦੀ ਲੋੜ ਹੈ, ਸਾਨੂੰ ਪੈਸੇ ਦਿਓ। ਕਹਿੰਦਾ ਮੈਂ ਵੀ ਕੋਲ ਹੀ ਨਾਲ ਹੀ ਲੰਮਾ ਪਿਆ ਸਾ ਪੱਖੇ ਥੱਲੇ। ਉਹ ਆਂਦੇ ਨੇ ਕਿੰਨੇ ਪੈਸੇ ਚਾਹੀਦੇ ਨੇ? ਸਾਨੂੰ 12 ਲੱਖ ਰੁਪਈਆ ਚਾਹੀਦਾ। ਕਹਿੰਦਾ ਪੈਸੇ ਸਾਡੇ ਕੋਲ ਠੀਕ ਠਾਕ ਨੇ, ਅਲਹਮਦੁਲਿਲਾ ਅਸੀਂ ਬੜੇ ਸੌਖੇ ਹਾਂ। ਕਹਿੰਦਾ ਅੱਬੂ ਪਰੇਸ਼ਾਨ, ਉਹਨਾਂ ਕਿਹਾ 12 ਲੱਖ ਸਾਡੇ ਕੋਲ ਕਿੱਥੋਂ? ਉਹਨਾਂ ਕਿਹਾ ਨਾ ਲਾਲਾ ਇਸ ਤਰ੍ਹਾਂ ਨਾ ਕਰੋ, ਤੁਹਾਡੇ ਕੋਲ ਪੈਸੇ ਬਹੁਤ ਨੇ, ਤੁਸੀਂ ਮਿਹਰਬਾਨੀ ਕਰਕੇ ਸਾਡੀ ਮਦਦ ਕਰ ਦਿਓ, ਅਸੀਂ ਤੁਹਾਨੂੰ ਮਹੀਨੇ ਦੇ ਅੰਦਰ ਅੰਦਰ ਪੈਸੇ ਵਾਪਸ ਕਰ ਦਿਆਂਗੇ। ਕਹਿੰਦਾ ਅੱਗੋਂ ਅੰਮੀ ਨਹੀਂ ਕਹਿੰਦੇ ਚਲੋ ਕੋਈ ਨਹੀਂ ਮਸਲਾ, ਜੇ ਮੰਗਦੇ ਨੇ ਪਏ ਇੰਨੀ ਦੂਰੋਂ ਵਿਚਾਰੇ ਉਮੀਦ ਲਾ ਕੇ ਆਏ ਨੇ ਤੇ ਤੁਸੀਂ ਇਹਨਾਂ ਨੂੰ ਪੈਸੇ ਧਾਰੇ ਦੇ ਦਿਓ। ਚਲੋ ਇਹਨਾਂ ਨੂੰ ਆਖੋ 1.5 ਮਹੀਨੇ ਬਾਅਦ ਤੁਸੀਂ ਵਾਪਸ ਕਰ ਦਿਓ, ਲੇਕਿਨ ਦੇ ਦਿਓ। ਉਹਨਾਂ ਐਸੇ ਤਰ੍ਹਾਂ ਹੀ ਆਖਿਓ, ਉਹਨਾਂ ਕਿ ਇੱਕ ਵਾਰ ਤੁਸੀਂ ਪੈਸੇ ਦਿਓ, ਤੁਹਾਨੂੰ ਅਸੀਂ ਮਹੀਨੇ ਦੇ ਅੰਦਰ ਅੰਦਰ ਵਾਪਸ ਕਰ ਦਿਆਂਗੇ। ਕਹਿੰਦਾ ਮੈਂ ਲੰਮਾ ਪਿਆ ਸਾਂ, ਅੱਬੂ ਰੀ ਮੈਨੂੰ ਕਹਿੰਦੇ ਕਿ ਮੁੜਿਆ ਕੱਢ ਮੋਟਰਸਾਈਕਲ ਤੇ ਜਾਣਾ ਬੈਂਕ ਤੱਕ। ਕਹਿੰਦਾ ਮੈਂ ਮੋਟਰਸਾਈਕਲ ਕੱਢਿਆ ਤੇ ਨਾਲ ਹੀ ਅੰਮੀ ਨੂੰ ਆਖਦੇ ਨੇ ਕਿ ਘਰ ਖਾਣਾ ਛਾਣਾ ਬਣਾਓ, ਚਲੋ ਰੋਟੀ ਛੋਟੀ ਇਹਨਾਂ ਨੂੰ ਖਵਾ ਲਓ, ਤੇ ਮੈਂ ਪੈਸੇ ਲੈ ਕੇ ਆਇਆ। ਕਹਿੰਦਾ ਜਿਉਂ ਹੀ ਫਿਰ ਅਸੀਂ ਘਰੋਂ ਨਿਕਲੇ ਆ, ਕਹਿੰਦਾ ਉੱਥੇ ਬੈਂਕ ਪਹੁੰਚਿਆ ਤੇ ਬਾਹਰ ਸਿਕਿਉਰਿਟੀ ਗਾਰਡ ਖਲੋਤਿਆ ਸੀ, ਵਿਚਾਰਾ ਪਸੀਨੋ ਪਸੀਨ ਹੋਇਆ ਸੀ। ਕਹਿੰਦਾ ਜਿਉਂ ਹੀ ਅੰਦਰ ਗਿਆ ਤੇ ਫਟੋਫਟ ਉਹ ਆਇਆ ਅੰਦਰ, ਕੂਲਰ ਚੋਂ ਗਲਾਸ ਪਾਣੀ ਦਾ ਭਰ ਕੇ ਤੇ ਸਿੱਧਾ ਆ ਕੇ ਕਹਿੰਦਾ ਅੱਬੂ ਰਾਂ ਨੂੰ ਦਿੱਤਾ ਸੂ। ਕਹਿੰਦਾ ਫੜਾ ਕੇ ਤੇ ਕਹਿੰਦਾ ਅੱਬੂ ਰੀ ਕਹਿੰਦੇ ਸ਼ੁਕਰੀਆ। ਕਹਿੰਦਾ ਨਾਲ ਹੀ ਉਹ ਫਿਰ ਬਾਹਰ ਆ ਗਿਆ। ਕਹਿੰਦਾ ਮੈਂ ਉੱਥੋਂ ਉੱਠਿਆ, ਬੈਂਕ ਚੋਂ ਰਸ਼ ਬਹੁਤ ਆਇਆ। ਕਹਿੰਦਾ ਮੈਂ ਬਾਹਰ ਆਇਆ, ਦਰਵਾਜ਼ੇ ਕੋਲ ਦੇਖਿਆ ਸਿਕਿਉਰਿਟੀ ਗਾਰਡ ਜਿਹੜਾ ਇੱਕ ਬੰਦਾ ਬੈਂਕ ਚੋਂ ਨਿਕਲਿਆ ਸੀ ਉਹਦੇ ਮਗਰ ਟੁਰ ਪਿਆ। ਕਹਿੰਦਾ ਥੋੜਾ ਪਰਾਂ ਜਾ ਕੇ ਨਾ ਉਹਦੇ ਨਾਲ ਕੋਈ ਗੱਲ ਕੀਤੀ ਸੂ। ਕਹਿੰਦਾ ਜੋ ਹੀ ਗੱਲ ਕੀਤੀ ਸੂ ਉਸ ਬੰਦੇ ਨੇ ਕੋਈ ਧੋਣ ਲਾਈ ਹੈ? ਕਹਿੰਦਾ ਨਹੀਂ। ਕਹਿੰਦਾ ਫਿਰ ਉਹਨੇ ਉਹਨੂੰ ਆਖਿਆ, ਕਹਿੰਦਾ ਫਿਰ ਉਹਨੇ ਕੀਤਾ ਨਹੀਂ। ਕਹਿੰਦਾ ਅੱਗੂ ਹੱਥ ਦੇ ਕੇ ਬੰਨੇ ਸੂ, ਲੇਕਿਨ ਉਸ ਬੰਦੇ ਨੇ ਇੰਜ ਕੀਤਾ, ਉਹਨੂੰ ਗਲਮੇ ਤੋਂ ਫੜ ਕੇ ਤੇ ਉਹਨੂੰ ਚੰਡ ਮਾਰੀ ਹੈ, ਨਾਲ ਹੀ ਉਹਨੂੰ ਜਿਹੜਾ ਚੰਗੀ ਭਲੀ ਗਾਲ ਕੱਢੀ ਸੂ। ਕਹਿੰਦਾ ਚੁੱਪ ਕਰਕੇ ਮੂੰਹ ਲਟਕਾਇਆ। ਜਿਸਲੇ ਬੈਂਕ ਵਾਲੋਂ ਆਇਆ, ਕਹਿੰਦਾ ਮੈਂ ਫਟੋਫਟ ਜਿਹੜਾ ਉਹ ਅੰਦਰ ਟੁਰ ਗਿਆ। ਕਹਿੰਦਾ ਮੈਂ ਜਾ ਕੇ ਉੱਥੇ ਬਹਿ ਰਿਹਾ, ਕਹਿੰਦਾ ਮੈਂ ਪਰੇਸ਼ਾਨ ਹੋ ਗਿਆ ਕਿ ਇਹਨੂੰ ਕੀ ਮਸਲਾ ਜਾਂ ਕੀ ਉਹਦੇ ਨਾਲ ਗੱਲ ਕੀਤੀ ਜਿਹੜੀ ਉਹਨੇ ਚੰਡ ਮਾਰੀ ਹੈ। ਕਹਿੰਦਾ ਬੰਦਾ ਤੇ ਚੰਗਾ ਲੱਗਦਾ, ਫਟੋਫਟ ਲਿਆ ਕੇ ਪਾਣੀ ਦਿੱਤਾ। ਕਹਿੰਦਾ ਜਿਉਂ ਹੀ ਆਇਆ ਆ ਕੇ ਫੇਰ ਅੰਦਰ ਖਲੋ ਰਿਹਾ। ਕਹਿੰਦਾ ਸਾਡੀ ਜਿਸਲੇ ਵਾਰੀ ਆਈ, ਕਹਿੰਦਾ ਜਿਸ ਅਸੀਂ ਪੈਸਿਆਂ ਵਾਸਤੇ ਗਿਆ ਉਹਦਾ ਧਿਆਨ ਸਾਡੇ ਵਿੱਚ ਹੀ ਸੀ। ਕਹਿੰਦਾ ਮੈਂ ਉਹਦੇ ਵੱਲ ਤੱਕਦਾ ਪਿਆ ਕਿ ਉਹ ਸਾਡੇ ਵੱਲ ਨਜ਼ਰ ਰੱਖਦਾ ਪਿਆ। ਬਹਰਾਲ ਕਹਿੰਦਾ ਜਿਉਂ ਹੀ ਪੈਸੇ ਲਏ ਨੇ, ਕਹਿੰਦਾ ਛਾਪਰ ਪਾ ਕੇ ਅੱਬੂ ਨੇ ਮੈਨੂੰ ਫੜਾ ਦਿੱਤੇ। ਕਹਿੰਦਾ ਜਿਉਂ ਹੀ ਅੱਬੂ ਨੇ ਮੈਨੂੰ ਫੜਾਏ ਨੇ, ਕਹਿੰਦਾ ਬਾਹਰ ਨਿਕਲਿਆ ਤੇ ਨਾਲ ਹੀ ਇਹ ਮੋਟਰਸਾਈਕਲ ਨੂੰ ਮੈਂ ਕਿੱਕ ਮਾਰ ਲਿਆ। ਇਤਨੀ ਦੇਰ ਨੂੰ ਫਟਾਫਟ ਸਾਡੇ ਕੋਲ ਆ ਗਿਆ। ਅੱਬੂ ਰਾਂ ਨੂੰ ਕਹਿੰਦਾ ਕਿ ਭਾਈ 1 ਮਿੰਟ ਰੁਕ ਜਾਓ। ਕਹਿੰਦਾ ਅੱਬੂ ਰੀ ਕਹਿੰਦਾ ਦੱਸ। ਉਹਨੇ ਕਿਹਾ ਭਾਈ ਮੈਨੂੰ ਥੋੜੇ ਜਿਹੇ ਪੈਸੇ ਧਾਰੇ ਚਾਹੀਦੇ ਨੇ, ਮਿਹਰਬਾਨੀ ਕਰਕੇ ਮੈਨੂੰ ਪੈਸੇ ਦੇ ਦਿਓ। ਉਹਨੇ ਆਖਿਆ ਕਿੰਨੇ ਪੈਸੇ ਤੈਨੂੰ ਚਾਹੀਦੇ ਨੇ? ਮੈਨੂੰ 50,000 ਰੁਪਈਆ ਚਾਹੀਦਾ। ਕਹਿੰਦਾ ਅੱਬੂ ਰੀ ਅੱਗੂ ਹੱਸਣ ਲੱਗ ਪਿਆ। ਉਹਨੇ ਆਖਿਆ ਕਰਮਾ ਲਿਆ, ਨਾ ਤੂੰ ਮੈਨੂੰ ਜਾਣਨੇ ਨਾ ਮੈਂ ਤੈਨੂੰ ਜਾਣਨਾ, ਤੂੰ ਮੈਨੂੰ ਇੱਕ ਪਾਣੀ ਦਾ ਗਲਾਸ ਪਿਲਾਇਆ ਤੇ ਇਹਦਾ ਮਤਲਬ ਇਹ ਹੈ ਕਿ ਮੈਂ ਤੈਨੂੰ ਹੁਣ 50,000 ਰੁਪਈਆ ਦੇ ਦਿਆਂ? ਉਹ ਭਾਈ ਜਾ ਆਪਣਾ ਕੰਮ ਕਰ। ਕਹਿੰਦਾ ਅੱਗੂ ਰੋਣ ਲੱਗ ਪਿਆ। ਕਹਿੰਦਾ ਮੈਂ ਬੜਾ ਮਜਬੂਰ ਹਾਂ, ਮਿਹਰਬਾਨੀ ਕਰਕੇ ਮੈਨੂੰ ਪੈਸੇ ਦੇ ਦਿਓ, ਮੈਂ ਤੁਹਾਡੇ ਪੈਸੇ ਜ਼ਰੂਰ ਵਾਪਸ ਦੇ ਦਿਆਂਗਾ। ਕਹਿੰਦੇ ਅੱਬੂ ਰੀ ਕਹਿੰਦਾ ਦੱਸ ਕਰਨੇ ਕੀ ਨਹੀਂ? ਇਸ ਤਰ੍ਹਾਂ ਮੈਨੂੰ 3 ਮਹੀਨੇ ਹੋ ਗਏ ਨੇ, ਮੈਂ ਮਕਾਨ ਦਾ ਕਿਰਾਇਆ ਨਹੀਂ ਦਿੱਤਾ, ਮੇਰੇ ਬੱਚੇ ਸਕੂਲ ਨਹੀਂ ਜਾਂਦੇ ਪਏ, ਵਿਚਾਰੇ ਭੁੱਖੇ ਰਹਿੰਦੇ ਨੇ, ਹਾਲੀ 18,000 ਰੁਪਈਆ ਮੈਨੂੰ ਹੱਥੋਂ ਲੱਭਦਾ, ਉਹਦੇ ਚੋਂ ਕਿਰਾਇਆ ਟੁਰ ਜਾਂਦਾ ਤੇ ਕੋਈ ਥੋੜੀ ਬਹੁਤ ਰੋਟੀ ਖਾ ਲਈਦੀ ਹੈ, ਕੋਈ ਆਂਢੀ ਗੁਆਂਢੀ ਵੀ ਸਾਡੀ ਮਦਦ ਕੋਈ ਨਹੀਂ ਕਰਦਾ। ਮੈਂ ਘਰ ਜ਼ਹਿਰ ਲਿਆ ਕੇ ਰੱਖਿਆ, ਮੈਂ ਕਿਹਾ ਮੈਂ ਆਖਰੀ ਹੱਦ ਤੱਕ ਜਾਵਾਂਗਾ ਆਪਣੇ ਬੱਚਿਆਂ ਨੂੰ ਜ਼ਿੰਦਾ ਰੱਖਣ ਵਾਸਤੇ, ਅਗਰ ਨਾ ਆਇਆ ਤੇ ਆਖਰ ਤੇ ਮੈਨੂੰ ਜ਼ਹਿਰ ਦੇਣਾ ਪੈਣਾ। ਮੈਂ ਇਹ ਬਸ ਕਰੀਬ ਆਇਆ ਜ਼ਹਿਰ ਦੇਣ ਦੇ, ਇਸ ਵਾਸਤੇ ਤੁਸੀਂ ਮਿਹਰਬਾਨੀ ਕਰੋ ਮੈਨੂੰ ਦੇ ਦਿਓ ਤੇ ਫਿਰ ਚਲੋ ਮੈਂ ਤੁਹਾਨੂੰ ਵਾਪਸ ਕਰ ਦਿਆਂ। ਕਹਿੰਦੇ ਅੱਬੂ ਰੀ ਕਹਿੰਦੇ ਜਾ ਭਾਈ ਆਪਣਾ ਕੰਮ ਕਰ, ਕਿਸੇ ਹੋਰ ਕੋਲ ਜਾ ਕੇ ਮੰਗ, ਇਹ ਨਾ ਹੋਵੇ ਮੈਂ ਤੇਰੀ ਸ਼ਿਕਾਇਤ ਲਾ ਦਿਆਂ ਜਾ ਕੇ ਮੈਨੇਜਰ ਅੱਗੇ ਤੇ ਤੇਰੀ ਨੌਕਰੀ ਵੀ ਜਾਂਦੀ ਰਵੇ। ਕਹਿੰਦਾ ਉਹ ਵਿਚਾਰਾ ਰੋਂਦਾ ਰੋਂਦਾ ਜਿਹੜਾ ਨਾ ਉੱਥੋਂ ਜਿਹੜਾ ਫੇਰ ਵਾਪਸ, ਕਹਿੰਦਾ ਮੈਂ ਉਹਦੇ ਵੱਲ ਤੱਕਿਆ ਤੇ ਮੈਨੂੰ ਇੰਝ ਲੱਗਦਾ ਸੀ ਕਿ ਉਹ ਬੰਦਾ ਬਿਲਕੁਲ ਸੱਚ ਕਹਿ ਰਿਹਾ। ਕਹਿੰਦਾ ਮੈਂ ਜਿਉਂ ਹੀ ਮੋਟਰਸਾਈਕਲ ਤੇ ਬੈਠਾ, ਕਹਿੰਦਾ ਬਹਿੰਦਿਆਂ ਸਾਥ ਹੀ ਨਾ ਤੇ ਕਹਿੰਦਾ ਅੱਬੂ ਰੀ ਥੋੜੇ ਜਿਹੇ ਅੱਗੇ ਗਏ, ਕਹਿੰਦਾ ਤੂੰ ਚੱਲ ਪੁੱਤਰ ਘਰ ਤੇ ਮੈਂ ਆਵਣਾ। ਕਹਿੰਦਾ ਜਿਉਂ ਮੈਂ ਅਗਾਂ ਥੋੜਾ ਗਿਆ ਤੇ ਕਹਿੰਦਾ ਮੈਂ ਮੋਟਰਸਾਈਕਲ ਰੋਕ ਲਿਆ। ਕਹਿੰਦਾ ਰੋਕ ਕੇ ਨਾ ਮੈਂ ਬੜਾ ਜਿਹੜਾ ਨਾ ਸੋਚੀ ਪੈ ਗਿਆ ਕਿ ਮੈਂ ਕੀ ਕਰਾਂ, ਪੈਸੇ ਵੀ ਮੇਰੇ ਕੋਲ ਨੇ, ਜਾਂ ਉਹਨੂੰ ਮੈਂ 50,000 ਰੁਪਈਆ ਵਿੱਚੋਂ ਕੱਢ ਕੇ ਦੇ ਆਵਾਂ, ਜੋ ਹੋਵੇਗੀ ਦੇਖੀ ਜਾਏਗੀ। ਲੇਕਿਨ ਕਹਿੰਦਾ ਮੈਂ ਕਿਹਾ ਨਹੀਂ, ਇਹ ਜਿਹੜੀ ਅਮਾਨਤ ਹੈ ਇਹ ਨਾ ਆਵੇ ਅੱਬੂ ਰੀ ਮੈਨੂੰ ਕੁੱਟ ਕੇ ਰੱਖ ਦੇਣ। ਕਹਿੰਦਾ ਮੈਂ ਸਿੱਧਾ ਜਿਹੜਾ ਨਾ ਘਰ ਟੁਰ ਗਿਆ। ਕਹਿੰਦਾ ਘਰ ਗਿਆ, ਅੱਬੂ ਰੀ ਮਗਰ ਆ ਗਏ। ਕਹਿੰਦਾ ਜਿਉਂ ਹੀ ਘਰ ਪਹੁੰਚੇ ਨੇ, ਕਹਿੰਦਾ ਲਿਆ ਕੇ ਉਹਨਾਂ ਨੂੰ ਪੈਸੇ ਦਿੱਤੇ ਨੇ, ਗਿਣ ਕੇ ਉਹਨਾਂ ਪੈਸੇ ਗਿਣ ਲੈ ਕੇ ਇਹ 12 ਲੱਖ ਰੁਪਈਆ ਕਹਿੰਦਾ ਲੈ ਕੇ ਉਹ ਜਨਾਬ ਬੜੇ ਖੁਸ਼ ਹੋ ਗਏ, ਰੋਟੀ ਛੋਟੀ ਖਾ ਕੇ ਬੜਾ ਸ਼ੁਕਰੀਆ ਅਦਾ ਕੀਤਾ। ਕਹਿੰਦਾ ਜਿਉਂ ਹੀ ਸ਼ੁਕਰੀਆ ਅਦਾ ਕੀਤਾ ਤੇ ਕਹਿੰਦਾ ਉਹ ਉੱਠ ਕੇ ਟੁਰ ਗਏ। ਕਹਿੰਦਾ ਮੈਂ ਬੜਾ ਪਰੇਸ਼ਾਨ ਸਾਂ, ਮੈਨੂੰ ਸਮਝ ਨਹੀਂ ਸੀ ਆਉਂਦੀ ਪਈ ਕਿ ਮੈਂ ਹੁਣ ਕੀ ਕਰਾਂ। ਕਹਿੰਦਾ ਮੈਂ ਫਿਰ ਮੋਟਰਸਾਈਕਲ ਕੱਢਿਆ, ਫਿਰ ਮੈਂ ਉੱਥੇ ਬੈਂਕ ਦੇ ਸਾਹਮਣੇ ਟੁਰ ਗਿਆ। ਕਹਿੰਦਾ ਮੈਂ ਜਾ ਕੇ ਸਲਾਮ ਲਿਆ ਉਹਨਾਂ ਨਾਲ, ਮੈਂ ਕਿਹਾ ਤੁਸੀਂ ਜਿਹੜੀ ਮੇਰੀ ਅੱਬੂ ਨਾਲ ਗੱਲ ਕੀਤੀ ਹੈ ਤੁਸੀਂ ਮਜ਼ਾਕ ਤਾਂ ਨਹੀਂ ਕੀਤਾ, ਤੁਸੀਂ ਕਿ ਜਾਣ ਬੁੱਝ ਕੇ ਤਾਂ ਨਹੀਂ ਲੱਗੇ ਆ ਵੀ ਲੋਕਾਂ ਕੋਲੋਂ ਪੈਸੇ ਮੰਗਦੇ ਹੋ? ਮੈਂ ਤੁਹਾਨੂੰ ਅੱਗੇ ਵੀ ਤੱਕਿਆ ਕਿਸੇ ਕੋਲੋਂ ਪੈਸੇ ਮੰਗਦਿਆਂ, ਅਗਰ ਤੁਸੀਂ ਇਹ ਕਾਰੋਬਾਰ ਬਣਾਇਆ
ਤੇ ਕੰਮ ਠੀਕ ਨਹੀਂ ਉਹਨਾਂ ਦਾ। ਪੁੱਤਰ ਮੈਂ ਕਾਰੋਬਾਰ ਨਹੀਂ ਬਣਾਇਆ, ਤੂੰ ਮੇਰੇ ਨਾਲ ਮੇਰੇ ਘਰ ਲਗਾ ਚੱਲ, ਜਾ ਕੇ ਮੇਰੇ ਘਰ ਦੇ ਹਾਲਾਤ ਤੱਕ ਲੈ। ਮੈਂ ਕੋਈ ਝੂਠ ਨਹੀਂ ਬੋਲਦਾ ਪਿਆ, ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਤੈਨੂੰ ਕੀ ਪਤਾ ਕਿ ਮੈਂ ਤੇ ਸਿਕਿਉਰਿਟੀ ਦਾ ਕੰਮ ਕਿਤਨੀ ਮੁਸ਼ਕਿਲ ਨਾਲ ਕਰ ਰਿਹਾ। ਮੈਂ ਤੇ ਬਸ ਆਪਣੀ ਜਾਨ ਦੇਣ ਤੇ ਆਇਆ, ਮੈਂ ਕਿਸੇ ਟਾਈਮ ਵੀ ਆਪਣੇ ਆਪ ਨੂੰ ਗੋਲੀ ਮਾਰ ਲੈਣੀ ਹੈ। ਕਹਿੰਦਾ ਮੈਂ ਬੜਾ ਪਰੇਸ਼ਾਨ ਹਾਂ। ਕਹਿੰਦਾ ਮੈਂ ਕਿਹਾ ਅੱਜ ਸ਼ਾਮੀ ਜਿਸੇ ਤੁਸੀਂ ਛੁੱਟੀ ਕਰਨੀ ਹੈ ਨਾ, ਮੈਂ ਤੁਹਾਡੇ ਨਾਲ ਤੁਹਾਡੇ ਘਰ ਜਾਣਾ। ਉਹਨੇ ਆਖਿਆ ਠੀਕ ਹੈ ਲਗਾ ਜੀ। ਕਹਿੰਦਾ ਜਿਸ ਵੇਲੇ ਸ਼ਾਮ ਹੋਈ ਮੈਂ ਆਪੂ ਹੀ ਆ ਗਿਆ। ਕਹਿੰਦਾ ਉਹਨਾਂ ਕੋਲ ਸਾਈਕਲ ਸੀ, ਕਹਿੰਦਾ ਸਾਈਕਲ ਲਿਆ। ਕਹਿੰਦਾ ਮੈਨੂੰ ਕਹਿੰਦੇ ਆ ਜਾ ਮੇਰੇ ਪਿੱਛੇ ਪਿੱਛੇ। ਕਹਿੰਦਾ ਮੈਂ ਜਿਉਂ ਹੀ ਘਰ ਉਹਨਾਂ ਦੇ ਪਹੁੰਚਿਆ, ਕਹਿੰਦਾ ਘਰ ਦੇਖਿਆ ਵਾਕਈ ਉਹਦੀ ਬਿਲਕੁਲ ਕੋਨੀ ਸੀ ਹਾਲਤ। ਕਹਿੰਦਾ ਜਿਉਂ ਹੀ ਅੰਦਰ ਵੜਿਆ ਤੇ ਕਹਿੰਦਾ ਮੈਂ ਹੋਰ ਪਰੇਸ਼ਾਨ ਹੋ ਗਿਆ। ਕਹਿੰਦਾ ਪੈਸੇ ਮੈਨੂੰ ਵੀ ਹਰਚਾ ਮੁਰਚਾ ਹੀ ਲੱਭਦਾ ਸੀ ਘਰੋਂ, ਲੇਕਿਨ ਕਹਿੰਦਾ ਮੇਰੇ ਵਾਸਤੇ ਜਿਹੜਾ ਨਾ ਬੜੀ ਪਰੇਸ਼ਾਨੀ ਬਣ ਗਈ ਕਿ ਮੈਂ ਉਹਨਾਂ ਨੂੰ ਤੱਕ ਕੇ ਨਾ, ਕਹਿੰਦਾ ਮੈਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਘਰ ਦੇ ਹਾਲਾਤ ਜਿਹੜੇ ਨੇ ਵਾਕਈ ਬਹੁਤ ਖਰਾਬ ਨੇ। ਕਹਿੰਦਾ ਬੱਚੇ ਸਾਰੇ ਵਿਚਾਰੇ ਰੋਟੀ ਵਾਸਤੇ ਤਰਸਣ ਲੱਗੇ ਸੀ। ਕਹਿੰਦਾ ਥੋੜੀ ਦੇਰ ਮੈਂ ਬੈਠਾ, ਪਾਣੀ ਦਾ ਗਲਾਸ ਪੀਤਾ। ਕਹਿੰਦਾ ਨਾਲ ਹੀ ਨਾ ਮੈਂ ਕਿਹਾ ਮੈਂ ਫਿਰ ਦੁਬਾਰਾ ਵਾਪਸ ਆਵਾਂਗਾ ਜ਼ਰੂਰ, ਇਨਸ਼ਾਅੱਲਾ ਤੁਹਾਡੇ ਨਾਲ ਮੇਰਾ ਵਾਅਦਾ ਹੈ। ਕਹਿੰਦਾ ਮੈਂ ਉੱਥੋਂ ਲਿਆ ਮੋਟਰਸਾਈਕਲ, ਕਹਿੰਦਾ ਲੈ ਕੇ ਮੈਂ ਘਰ ਆਇਆ। ਕਹਿੰਦਾ ਘਰੋਂ ਆ ਕੇ ਜਿੰਨਾ ਸੌਦਾ ਪਿਆ ਸੀ, ਕਹਿੰਦਾ ਮੈਂ ਸਾਰਾ ਸੌਦਾ ਘਰਦਿਆਂ ਨੂੰ ਦੱਸੇ ਬਗੈਰ ਕਹਿੰਦਾ ਸਾਰਾ ਮੈਂ ਬੋਰੀ 'ਚ ਪਾਇਆ। ਕਹਿੰਦਾ ਪਾ ਕੇ ਆਪਣੇ ਦੋਸਤ ਨੂੰ ਕਾਲ ਮਾਰੀ। ਕਹਿੰਦਾ ਜਿਤਨਾ ਵੀ ਮੈਂ ਘਰੋਂ ਸਮਾਨ ਲਿਆ ਸੀ, ਕਹਿੰਦਾ ਮੈਂ ਲੈ ਕੇ ਉਹਨਾਂ ਦੇ ਘਰ ਟੁਰ ਗਿਆ। ਕਹਿੰਦਾ ਜਾ ਕੇ ਉਹਨਾਂ ਨੂੰ ਮੈਂ ਦਿੱਤਾ। ਮੈਂ ਕਿਹਾ ਲਓ ਫਿਲਹਾਲ ਤੁਸੀਂ ਇਹ ਖਾਣਾ ਕੋਲ ਰੱਖੋ ਤੇ ਉਸ ਤੋਂ ਬਾਅਦ ਜਿਹੜਾ ਇਨਸ਼ਾਅੱਲਾ ਮੈਂ ਤੁਹਾਨੂੰ ਪੈਸੇ ਵੀ ਲਿਆ ਕੇ ਦਿਆਂਗਾ, ਤੁਸੀਂ ਪਰੇਸ਼ਾਨ ਨਹੀਂ ਹੋਣਾ। ਕਹਿੰਦਾ ਬਹਰਹਾਲ ਉਹਨਾਂ ਨੂੰ ਮੈਂ ਸਾਰਾ ਸੌਦਾ ਦੇ ਕੇ ਤੇ ਕਹਿੰਦਾ ਮੈਂ ਘਰ ਆ ਗਿਆ। ਕਹਿੰਦਾ ਜ਼ਾਹਿਰੀ ਗੱਲ ਹੈ ਕਿਚਨ 'ਚ ਸਾਰਾ ਇਸਤੇਮਾਲ ਹੁੰਦਾ ਸੀ। ਕਹਿੰਦਾ ਅੰਮੀ ਦੀ ਤੱਕਣ ਲੱਗ ਪਏ, ਭੈਣਾਂ ਤੱਕਣ ਲੱਗ ਪਈਆਂ ਕਿ ਘਰ 'ਚ ਸਮਾਨ ਕੋਨੀ, ਕਿੱਧਰ ਗਿਆ, ਕਿਹੜਾ ਬੰਦਾ ਲੈ ਗਿਆ। ਕਹਿੰਦਾ ਪਹਿਲਾਂ ਤਾਂ ਮੈਂ ਸੋਚਿਆ ਕਿ ਇਹਨਾਂ ਨੂੰ ਮੈਂ ਨਹੀਂ ਦੱਸਣਾ, ਲੇਕਿਨ ਕਹਿੰਦਾ ਫਿਰ ਜਿਸ ਵੇਲੇ ਕਾਫੀ ਘੰਟਾ ਡੇਢ ਗੁਜ਼ਰ ਗਿਆ, ਉਹਨਾਂ ਆਖਿਆ ਸਾਡੇ ਘਰ ਕਿਹੜਾ ਬੰਦਾ ਆਇਆ ਜਿਹੜਾ ਸਾਡੇ ਕੋਲੋਂ ਚੀਨੀ ਲੈ ਗਿਆ, ਚਾਵਲ ਲੈ ਗਿਆ ਔਰ ਸ਼ਾਹੀ ਚੁੱਕ ਕੇ ਲੈ ਗਿਆ। ਇਹ ਕਿਸ ਤਰ੍ਹਾਂ ਹੋ ਸਕਦਾ? ਕਹਿੰਦੇ ਗਰਮੀਆਂ ਨੇ ਉਸੇ ਦਾ ਦਰਵਾਜ਼ਾ ਖੁੱਲ੍ਹਿਆ ਹੋਵੇ, ਕੋਈ ਬੰਦਾ ਆ ਕੇ ਫਿਰ ਕੇ ਟੁਰ ਗਿਆ ਹੋਵੇ। ਕਹਿੰਦਾ ਮੈਂ ਤਾਂ ਕਿਹਾ ਜਿਸ ਵੇਲੇ ਅੱਬੂ ਦੀ ਸਾਈਡ ਤੇ ਹੋਏ ਨੇ, ਫਿਰ ਕਹਿੰਦਾ ਮੈਂ ਆਇਆ ਅਮੀਰਾਂ ਕੋਲ। ਕਹਿੰਦਾ ਮੈਂ ਦੱਸਿਆ ਕਿ ਅੰਮੀ ਜੀ ਪੈਸੇ ਜਿਹੜੇ ਨੇ ਉਹ ਨਹੀਂ ਮੈਂ ਚੋਰੀ ਕੀਤੇ, ਬਾਕੀ ਇਹ ਸਾਰਾ ਸਮਾਨ ਜਿਹੜਾ ਨਾ ਉਹ ਮੈਂ ਚੁੱਕਿਆ। ਤੂੰ ਨਾ ਕਿਹਾ ਪੁੱਤਰ ਤੂੰ ਕੀ ਕਰਨਾ, ਕਿਉਂ ਇੰਨਾ ਸਮਾਨ ਲੈ ਗਏ? ਐਵੇਂ ਇਸ ਤਰ੍ਹਾਂ ਜਿਹੜਾ ਅੱਬੂ ਰਾਂ ਨੂੰ ਉੱਥੇ ਬੰਦਾ ਬੈਂਕ ਮਿਲਿਆ ਸੀ ਤੇ ਉਹਨੇ ਆਖਿਆ ਸੀ 50,000 ਰੁਪਏ ਦਾ, ਲੇਕਿਨ ਅੱਬੂ ਰਾਂ ਉਹਨੂੰ ਨਹੀਂ ਦਿੱਤਾ ਤੇ ਮੈਂ ਇਸ ਵਾਸਤੇ ਘਰੋਂ ਜਿਹੜਾ ਸਮਾਨ ਸਾਰਾ ਲਿਆ ਤੇ ਉਹਦੇ ਘਰ ਦੇ ਕੇ ਆਇਆ। ਕਹਿੰਦਾ ਪਹਿਲਾਂ ਤੇ ਅੰਮੀ ਨੇ ਗੁੱਸਾ ਕੀਤਾ ਮੈਨੂੰ ਕਿ ਤੂੰ ਕੀ ਕੀਤਾ। ਕਹਿੰਦਾ ਨਾਲ ਹੀ ਨਾ ਮੇਰੀ ਭੈਣ ਬੋਲੀ ਕਿ ਤੂੰ ਬਹੁਤ ਅੱਛਾ ਕੰਮ ਕੀਤਾ ਹੈ, ਇਨਸ਼ਾਅੱਲਾ ਤੈਨੂੰ ਅੱਲਾ ਇਹਦਾ ਸਿਲਾ ਦੇਗਾ। ਕਹਿੰਦਾ ਬਹਰਹਾਲ ਨਾ ਮੈਂ ਫਿਰ ਜ਼ਾਰੀ ਗੱਲ ਚੁੱਪ ਕਰ ਗਿਆ। ਕਹਿੰਦਾ ਸ਼ਾਮੀ ਬੈਠੇ ਤੇ ਭੈਣਾਂ ਅੱਗੋਂ ਅੰਮੀ ਨੂੰ ਆਂਦੀਆਂ ਨੇ ਕਿ ਅੰਮੀ ਤੁਸੀਂ ਜਿਹੜਾ ਨਾ ਪੈਸੇ ਦਿਓ ਕਿ ਭਾਈ ਦੇ ਕੇ ਆਵੇ ਪੈਸੇ। ਕਹਿੰਦਾ ਅੰਮੀ ਕਹਿੰਦਾ ਮੇਰੇ ਕੋਲ ਪੈਸੇ ਕਿੱਥੋਂ ਆਏ, ਮੈਂ ਕਿੱਥੋਂ ਦੇਣਾ, ਇਹ ਤੇ ਹਰ ਦੂਸਰਾ ਬੰਦਾ ਪੈਸੇ ਮੰਗਦਾ। ਕਹਿੰਦਾ ਨਹੀਂ ਅੰਮੀ ਤੁਸੀਂ ਇਹਨੂੰ ਦਿਓ ਪੈਸੇ ਤੇ ਨਾਲੇ ਤੁਸੀਂ ਵੀ ਸਾਡੇ ਨਾਲ ਚਲੋ ਜਾ ਕੇ ਉਹਨਾਂ ਨੂੰ ਪੈਸੇ ਦੇ ਕੇ ਆਵੀਏ। ਕਹਿੰਦਾ ਜਿਸ ਵੇਲੇ ਭੈਣਾਂ ਨੇ ਆਖਿਆ ਨਾ ਤੇ ਅੰਮੀ ਜਿਹੜੇ ਨਾ ਉਹ ਗੱਲਾਂ 'ਚ ਆ ਗਏ। ਉਹਨਾਂ ਆਖਿਆ ਜੀ ਠੀਕ ਹੈ। ਕਹਿੰਦਾ ਅੰਮੀ ਰਾ ਪੈਸੇ ਲੈ ਮੈਨੂੰ, ਕਹਿੰਦੇ ਚੱਲ ਮੁੜਿਆ ਲੈ ਚੱਲ। ਕਹਿੰਦਾ ਕੋਈ ਫਰੂਟ ਸ਼ੂਟ ਵੀ ਅਸਾਂ ਲਿਆ। ਕਹਿੰਦਾ ਜਿਸ ਵੇਲੇ ਉਹਨਾਂ ਦੇ ਘਰ ਗਏ ਅੰਮੀ ਵੀ ਤਾਂ ਕੇ ਪਰੇਸ਼ਾਨ ਹੋ ਗਏ, ਅੱਖਾਂ 'ਚ ਅਥਰੂ ਆ ਗਏ। ਕਹਿੰਦਾ ਮੈਨੂੰ ਪਿਆਰ ਦੇ, ਕਹਿੰਦੇ ਇਤਨਾ ਚੰਗਾ ਮੇਰਾ ਪੁੱਤਰ ਹੈ, ਗਰੀਬਾਂ ਦਾ ਹਿਆਲ ਰੱਖਦਾ। ਕਹਿੰਦਾ ਬਹਰਹਾਲ ਨਾ ਅੰਮੀ ਰਾਂ ਉਹਨਾਂ ਨੂੰ ਦਿੱਤੇ ਪੈਸੇ 50,000 ਰੁਪਈਆ। ਕਹਿੰਦਾ 50,000 ਦੇ ਕੇ ਉਹ ਬੜੇ ਖੁਸ਼ ਹੋਏ, ਦੁਆਵਾਂ ਦੇ ਕੇ ਕਹਿੰਦਾ ਰੁਕਦੇ ਹੀ ਨਹੀਂ ਸੀ ਪਏ। ਕਹਿੰਦਾ ਇਤਨੀਆਂ ਦੁਆਵਾਂ ਦਿੰਦੇ ਸੀ ਪਏ। ਕਹਿੰਦਾ ਬਹਰਹਾਲ ਅੰਮੀ ਨੇ ਆਖਿਆ ਕਿ ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡਾ ਸੌਦਾ ਜਿਹੜਾ ਨਾ 20,000 ਦਾ ਫਲਾਣੀ ਦੁਕਾਨ ਤੇ ਲਵਾ ਦੇਣੀ ਆ, ਤੁਸੀਂ ਜਿਹੜਾ ਹਰ ਮਹੀਨੇ ਤੁਸੀਂ ਉੱਥੋਂ ਜਿਹੜਾ ਆਪਣਾ 20,000 ਦਾ ਸੌਦਾ ਲੈ ਲਿਆ ਕਰੋ। ਕਹਿੰਦੇ ਉਹ ਬੜੇ ਖੁਸ਼ ਹੋਏ ਕਿ ਚਲੋ ਹਰ ਮਹੀਨੇ ਸਾਨੂੰ ਸੌਦਾ 20,000 ਦਾ ਲੱਭ ਜੇ ਕਰੇਗਾ। ਬਹਰਹਾਲ ਕਹਿੰਦਾ ਜਿਸ ਵੇਲੇ ਉਹਨਾਂ ਦਾ ਸੌਦਾ ਲਵਾਤਾ ਅੱਬੂਰਾਂ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਇਹ ਕਰਦੇ ਨੇ ਪਏ, ਕਿਸੇ ਨੂੰ ਪੈਸੇ ਦੇ ਰਹੇ ਨੇ। ਅੱਬੂਰਾ ਬੜਾ ਮਨਾ ਕੀਤਾ, ਉਹਨਾਂ ਆਖਿਆ ਜੀ ਇਹ ਕੰਮ ਨਾ ਕਰੋ ਤੁਸੀਂ, ਇਹ ਹਰ ਦੂਸਰਾ ਬੰਦਾ ਤੁਹਾਡੇ ਕੋਲੋਂ ਆ ਕੇ ਮੰਗਣ ਲੱਗ ਪਵੇਗਾ। ਲੇਕਿਨ ਕਹਿੰਦੇ ਅੰਮੀ ਕਹਿੰਦੇ ਮੇਰੇ ਦਿਲ ਨੂੰ ਬੜਾ ਸਕੂਨ ਮਿਲਿਆ ਕਿ ਮੇਰੇ ਪੁੱਤਰ ਨੇ ਇੰਨਾ ਚੰਗਾ ਕੰਮ ਕੀਤਾ, ਇਸ ਵਾਸਤੇ ਤੁਸੀਂ ਇਹਦੇ 'ਚ ਨਹੀਂ ਬੋਲਣਾ, ਅਸੀਂ ਆਪਣੇ ਘਰ ਦਾ ਖਰਚਾ ਘਟਾ ਲਾਂਗੇ, ਲੇਕਿਨ ਉਹਨਾਂ ਦਾ ਖਰਚਾ ਨਹੀਂ ਬੰਦ ਹੋ ਸਕਦਾ। ਕਹਿੰਦਾ ਪਹਿਲਾਂ ਤੇ ਅੱਬੂ ਨੇ ਥੋੜੀ ਸਖਤੀ ਕੀਤੀ, ਜਿਸ ਵੇਲੇ ਅੰਮੀ ਨੇ ਸਟੈਂਡ ਅਪ ਲੈ ਲਿਆ ਫਿਰ ਕਹਿੰਦਾ ਉਸ ਤੋਂ ਬਾਅਦ ਅੱਬੂ ਕੋ ਨਾ ਬੋਲੇ। ਕਹਿੰਦਾ ਉਹ ਬੰਦਾ ਜਿਹੜਾ ਸਿਕਿਉਰਿਟੀ ਵਾਲਾ ਕਹਿੰਦਾ ਸਾਨੂੰ ਆ ਕੇ ਕਹਿੰਦਾ ਕਿ ਅਗਰ ਜ਼ਿੰਦਗੀ 'ਚ ਵੀ ਕਦੇ ਤੁਹਾਨੂੰ ਕਿਸੇ ਕਿਸਮ ਦੀ ਲੋੜ ਹੋਵੇ ਤੁਸੀਂ ਮੈਨੂੰ ਦੱਸਣਾ, ਸਾਡੀ ਜਾਨ ਵੀ ਹਾਜ਼ਰ ਹੈ, ਸਾਡੇ ਬੱਚੇ ਵੀ ਤੁਹਾਡੇ ਤੇ ਕੁਰਬਾਨ ਨੇ, ਜਿਤਨਾ ਕਿ ਤੁਸੀਂ ਸਾਡੇ ਵਾਸਤੇ ਕਰ ਦਿੱਤਾ ਤੁਹਾਨੂੰ ਕੀ ਪਤਾ। ਕੱਲ ਰਾਤੀ ਬਹਿ ਕੇ ਮੈਂ ਕਿਤਨੀ ਦੇਰ ਘਰ ਸੋਚਦਾ ਰਿਹਾ ਕਿ ਅੱਜ ਰਾਤੀ ਬੱਚਿਆਂ ਨੂੰ ਜ਼ਹਿਰ ਦੇ ਦਿਆਂ ਤੇ ਆਪੂ ਵੀ ਜ਼ਹਿਰ ਖਾ ਲਾਂ, ਕਿਉਂਕਿ ਬੱਚਿਆਂ ਨੂੰ ਦੇਣ ਵਾਸਤੇ ਵੀ ਕੁਝ ਨਹੀਂ ਸੀ ਘਰ ਤੇ ਆਪੂ ਵੀ ਖਾਣ ਵਾਸਤੇ ਕੁਝ ਨਹੀਂ ਸੀ। ਇਸ ਵਾਸਤੇ ਇਹ ਮੇਰੀ ਅੱਜ ਆਖਰੀ ਰਾਤ ਹੈ, ਇਸ ਤੋਂ ਬਾਅਦ ਜਿਹੜਾ ਮੈਂ ਖੁਦਕੁਸ਼ੀ ਕਰਕੇ ਮਰ ਜਾਣਾ ਸੀ ਅਗਰ ਇਹ ਤੁਹਾਡਾ ਮੋੜਾ ਨਾ ਆਉਂਦਾ। ਅੱਲਾਹ ਤਾਲਾ ਨੇ ਇਹਨੂੰ ਫਰਿਸ਼ਤਾ ਬਣਾ ਕੇ ਸਾਡੇ ਘਰ ਭੇਜਿਆ ਸਾਡੀ ਮਦਦ ਵਾਸਤੇ ਤੇ ਮੇਰੇ ਬੱਚਿਆਂ ਦੀ ਜ਼ਿੰਦਗੀ ਬਚਾਈ ਤੇ ਮੇਰੀ ਜ਼ਿੰਦਗੀ ਬਚਾਈ ਸੀ। ਕਹਿੰਦਾ ਉਸ ਤੋਂ ਬਾਅਦ ਫਿਰ ਘਰਦਿਆਂ
जिसे पता लग्या वो भी बड़े खुश होए। उन्हें आख्या जी असी तेरे वास्ते कोई चंगा काम ढूंढने आ। कहता फिर अब्बू ने उन्होंने चंगा काम ढूंढ के दिता, नाल उहदे बच्चों का भी ख्याल रखते सी, आपू भी नरम दिल पै गए उहदियां गल्लां सुन के। इस वास्ते कई बार यह भी हो सकता है कि बंदा मजबूर भी हो सकता है। कितना ये नहीं कि हर बंदा तुहानू फराड लांदा, कि हर बंदा जिहड़ा मंगण वाला ही हो सकता है। वो बेचारा कितना को मजबूर होना है, जिहड़ा 18,000 तनख्वाह लैंदा सी उहदे चों कितना को किराया दे ते बच्चों नूं केक खवा ले। वो इस वास्ते रो रो के लोगों को आखदा सी कि मेरी मदद करो, लेकिन कोई मदद नहीं सी करदा। लेकिन कहंदा अचानक मेरे दिल च आया तो मैं जाके तक्या, शायद अल्लाह ने मैनूं उत्थे भेजना सी ते मैं काम करना सी। इस तरह भी हुंदा है कि इंसान नूं जिहड़ा अपने आप ही टुर के अगले दे घर जाना पैंदा जिंदगी बचाउण वास्ते। इस वास्ते कोशिश करिया करो, हर बंदे नूं गलत ना लव्या करो। पैसे मंगण वाले नूं कोशिश करनी चाहिए है कि उहदी मदद करो। बाकी लेकिन तुसीं मेरी भी मदद करिया करो। अगर वीडियो अच्छी लगे तो लाइक करिया करो, कमेंट्स करिया करो, सबसक्राइब कर दिओ ते दिल खुश होंदा। बाकी अपनी सेहत का ख्याल रखिया करो, सेहत है तो सब कुछ है।